ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਬੈਕ ਟੂ ਦੀ ਚੈਨਲ। ਸੋ ਉਮੀਦ ਹੈ ਕਿ 59 ਈਟੀਟੀ ਪੋਸਟਾਂ ਦੀ ਜੋ ਤੁਹਾਡੀ ਤਿਆਰੀ ਹੈ ਬਹੁਤ ਵਧੀਆ ਚੱਲ ਰਹੀ ਹੋਏਗੀ ਐਂਡ ਇਸ ਤਿਆਰੀ ਨੂੰ ਹੋਰ ਵਧੀਆ ਬਣਾਉਣ ਦੇ ਲਈ ਅਸੀਂ ਤੁਹਾਡੇ ਲਈ ਸਾਇੰਸ ਦਾ ਸਕੈਡਿਊਲ ਲੈ ਕੇ ਆਏ ਹਾਂ। ਐਂਡ ਉਹਦੇ 'ਚ ਜੋ ਆਪਾਂ ਫਸਟ ਚੈਪਟਰ ਕਵਰ ਕਰ ਰਹੇ ਹਾਂ ਉਹ ਹੈ ਮੈਟਰ ਇਨ ਆਰ ਸਰਾਊਂਡਿੰਗਸ, ਤੇ ਜਿਹਦੀ ਕਿ ਵੀਡੀਓ ਹੈ ਜਿਹੜੀ ਉਹ ਤੁਹਾਨੂੰ ਚੈਨਲ ਦੀ ਪਲੇਲਿਸਟ ਦੇ ਵਿੱਚ ਮਿਲ ਜੇਗੀ। ਐਂਡ ਅੱਜ ਆਪਾਂ ਜੋ ਕਵਰ ਕਰਨ ਜਾ ਰਹੇ ਹਾਂ ਉਹ ਹੈ ਕਿ ਇਸ ਚੈਪਟਰ ਦੇ ਮੈਟਰ ਇਨ ਆਰ ਸਰਾਊਂਡਿੰਗਸ ਚੈਪਟਰ ਦੇ ਇੰਪੋਰਟੈਂਟ MCQs। ਤੇ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਚਲੋ ਕੰਟੈਂਟ ਨੂੰ ਸਟਾਰਟ ਕਰਦੇ ਹਾਂ। ਆਪਣਾ ਫਸਟ ਕੁਐਸਚਨ ਹੈ ਕਿ ਕਾਰਬਨ ਡਾਈਆਕਸਾਈਡ ਕੈਨ ਬੀ ਈਜ਼ੀਲੀ ਲਿਕੁਇਫਾਈਡ ਐਂਡ ਈਵਨ ਸੋਲੀਡੀਫਾਈਡ। ਹੁਣ ਦੇਖੋ ਕਾਰਬਨ ਡਾਈਆਕਸਾਈਡ ਜੋ ਹੈ ਉਹ ਇੱਕ ਗੈਸ ਹੈ। ਇਹ ਕਹਿ ਰਹੇ ਨੇ ਕਿ ਆਪਾਂ ਕਾਰਬਨ ਡਾਈਆਕਸਾਈਡ ਨੂੰ ਈਜ਼ੀਲੀ ਲਿਕੁਇਫਾਈਡ ਮੀਨਸ ਉਹਨੂੰ ਲਿਕੁਇਡ ਫਾਰਮ 'ਚ ਲੈ ਕੇ ਆ ਸਕਦੇ ਹਾਂ ਐਂਡ ਈਵਨ ਸੋਲੀਡੀਫਾਈਡ ਆਪਾਂ ਉਹਨੂੰ ਸੋਲਿਡ ਫਾਰਮ 'ਚ ਵੀ ਲੈ ਕੇ ਆ ਸਕਦੇ ਹਾਂ। ਬਿਕੋਜ਼ ਇਹਦਾ ਆਪਾਂ ਰੀਜ਼ਨ ਦੱਸਣਾ। ਇਹਦਾ ਰੀਜ਼ਨ ਹੈ ਆਪਸ਼ਨਸ ਨੇ ਇਟ ਹੈਜ਼ ਵੀਕ ਫੋਰਸਿਸ ਆਫ ਅਟਰੈਕਸ਼ਨ, ਬੀ it has comparatively more force of attraction than other gases, C it has more intermolecular space and D it is present in atmosphere। ਆਪਾਂ ਇਹਦਾ ਜੋ ਹੈ ਰੀਜ਼ਨ ਦੱਸਣਾ। ਹੁਣ ਅਗਰ ਆਪਾਂ ਕਾਰਬਨ ਡਾਈਆਕਸਾਈਡ ਗੈਸ ਇੱਕ ਗੈਸ ਹੈ, ਗੈਸ ਦੇ ਮੋਲੀਕਿਊਲਸ ਆਪਾਂ ਨੂੰ ਪਤਾ ਹੈ ਕਿ ਬਹੁਤ ਦੂਰ ਦੂਰ ਪਲੇਸ ਹੁੰਦੇ ਨੇ ਐਂਡ ਉਹਨਾਂ ਦੇ ਵਿੱਚ ਇੰਟਰਮੋਲੀਕੂਲਰ ਜੋ ਸਪੇਸ ਹੈ ਉਹ ਜ਼ਿਆਦਾ ਹੁੰਦੀ ਹੈ। ਹੁਣ ਇੰਟਰਮੋਲੀਕੂਲਰ ਸਪੇਸ ਜ਼ਿਆਦਾ ਹੋਣ ਦਾ ਰੀਜ਼ਨ ਕੀ ਹੈ ਕਿ ਇਹ ਜੋ ਗੈਸ ਦੇ ਪਾਰਟੀਕਲਸ ਨੇ ਨਾ, ਇਹਨਾਂ ਦੇ ਵਿੱਚ ਜੋ ਇਹਨਾਂ ਦੀ ਆਪਸੀ ਫੋਰਸਿਸ ਆਫ ਅਟਰੈਕਸ਼ਨ ਨੇ ਉਹ ਬਹੁਤ ਘੱਟ ਨੇ। ਜੇ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਵੇ ਤਾਂ ਉਹ ਇੱਕ ਦੂਜੇ ਦੇ ਬਿਲਕੁਲ ਕਲੋਜ਼ ਹੋਣਗੇ, ਠੀਕ ਹੈ। ਹੁਣ ਇਹ ਵੀਕ ਫੋਰਸਿਸ ਆਫ ਅਟਰੈਕਸ਼ਨ ਨੇ, ਇਸੇ ਕਰਕੇ ਜੋ ਕਾਰਬਨ ਡਾਈਆਕਸਾਈਡ ਗੈਸ ਹੈ ਆਪਾਂ ਉਹਨੂੰ ਹਾਈ ਪ੍ਰੈਸ਼ਰ ਤੇ ਕਰਕੇ ਗੈਸ ਨੂੰ ਜਦੋਂ ਆਪਾਂ ਹਾਈ ਪ੍ਰੈਸ਼ਰ ਤੇ ਕਰਦੇ ਹਾਂ ਤਾਂ ਆਪਾਂ ਉਹਨੂੰ ਲਿਕੁਇਫਾਈ ਕਰ ਸਕਦੇ ਹਾਂ ਐਂਡ ਈਵਨ ਹਾਈਲੀ ਸੋਲੀਡੀਫਾਈ ਵੀ ਆਪਾਂ ਕਰ ਸਕਦੇ ਹੁੰਦੇ ਹਾਂ। ਸੋ ਇਹਦਾ ਰੀਜ਼ਨ ਆਏਗਾ ਕਿ ਜੇ ਆਪਾਂ ਕਾਰਬਨ ਡਾਈਆਕਸਾਈਡ ਗੈਸ ਦਾ ਜੋ ਵੀਕ ਫੋਰਸਿਸ ਆਫ ਅਟਰੈਕਸ਼ਨ ਨੇ ਉਹ ਇਹਦਾ ਰੀਜ਼ਨ ਨੇ ਕਿ ਆਪਾਂ ਗੈਸਿਸ ਨੂੰ ਹਾਈਲੀ ਪ੍ਰੈਸ਼ਰਾਈਜ਼ ਕਰਕੇ ਲਿਕੁਇਫਾਈ ਕਰ ਸਕਦੇ ਹਾਂ ਐਂਡ ਸੋਲੀਡੀਫਾਈ ਵੀ ਕਰ ਸਕਦੇ ਹਾਂ। ਪਰ ਇਹਦੀ ਇੱਕ ਹੋਰ ਕੰਡੀਸ਼ਨ ਕੀ ਹੁੰਦੀ ਹੈ ਕਿ ਜਿਹੜਾ ਆਪਣਾ ਟੈਂਪਰੇਚਰ ਹੈ ਉਹ ਬਹੁਤ ਘੱਟ ਹੋਣਾ ਚਾਹੀਦਾ ਤੇ ਪ੍ਰੈਸ਼ਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੋਣਾ ਚਾਹੀਦਾ, ਤਾਂ ਕਰਕੇ ਆਪਾਂ ਕਿਸੇ ਵੀ ਗੈਸ ਨੂੰ ਲਿਕੁਇਫਾਈ ਕਰ ਸਕਦੇ ਹਾਂ। ਸੋ ਇਹਦਾ ਜੋ ਆਪਣਾ ਆਨਸਰ ਆਏਗਾ ਉਹ ਆਏਗਾ ਆਪਸ਼ਨ ਏ। Next question is which of the following has highest kinetic energy। ਆਪਾਂ ਦੇਖਿਆ ਸੀਗਾ ਕਿ ਜੋ ਮੈਟਰ ਦੇ ਪਾਰਟੀਕਲਸ ਨੇ ਉਹਨਾਂ ਦੇ ਵਿੱਚ ਇੱਕ એનર્ਜੀ ਹੁੰਦੀ ਹੈ ਜੋ ਕਿ ਹੁੰਦੀ ਹੈ ਕਾਈਨੇਟਿਕ એનર્ਜੀ। ਇਹ ਕਾਈਨੇਟਿਕ એનર્ਜੀ ਦੇ ਨਾਲ ਜੋ ਪਾਰਟੀਕਲਸ ਨੇ ਉਹ ਥੋੜਾ ਥੋੜਾ ਮੂਵ ਕਰਦੇ ਰਹਿੰਦੇ ਨੇ, ਠੀਕ ਹੈ। ਹੁਣ ਜਿੰਨੀ ਸਪੇਸ ਹੋਏਗੀ ਪਾਰਟੀਕਲਸ ਉਨਾ ਮੂਵ ਕਰਨਗੇ। ਉਸ ਤੋਂ ਬਾਅਦ ਹੁਣ ਟੈਂਪਰੇਚਰ ਦਾ ਕੀ ਸੀਨ ਹੈ। ਟੈਂਪਰੇਚਰ ਦਾ ਇਹ ਸੀਨ ਹੈ ਕਿ ਜਿੰਨਾ ਜ਼ਿਆਦਾ ਟੈਂਪਰੇਚਰ ਹੋਏਗਾ ਉਨੀ ਜ਼ਿਆਦਾ ਪਾਰਟੀਕਲਸ ਨੂੰ એનર્ਜੀ ਮਿਲੇਗੀ ਕਾਈਨੇਟਿਕ એનર્ਜੀ ਐਂਡ ਉਨਾ ਜ਼ਿਆਦਾ ਮੂਵ ਕਰਨਗੇ। ਸੋ ਪਾਰਟੀਕਲਸ ਆਫ ਆਈਸ ਐਟ 0 ਡਿਗਰੀ ਸੈਲਸੀਅਸ। ਆਪਸ਼ਨ ਬੀ ਇਜ਼ ਪਾਰਟੀਕਲਸ ਆਫ ਵਾਟਰ ਐਟ 0 ਡਿਗਰੀ ਸੈਲਸੀਅਸ, ਠੀਕ ਹੈ ਜੀ। C particles of water at 100 degree Celsius and D is particles of steam at 100 degree Celsius। ਹੁਣ ਜੇਕਰ ਆਪਾਂ ਦੇਖੀਏ ਤਾਂ ਆਪਾਂ ਦੇਖਿਆ ਸੀਗਾ ਕਿ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਕਰਕੇ ਜੋ ਸਟੀਮ ਹੈ ਉਹਦੇ ਦੇ ਵਿੱਚ ਜਿਹੜੀ ਹੀਟ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਐਂਡ ਇਸੇ ਕਰਕੇ ਸਟੀਮ ਨਾਲ ਜਿਹੜੇ ਬਰਨਿੰਗ ਹੁੰਦੀ ਹੈ ਉਹ ਜ਼ਿਆਦਾ ਸੀਵਰ ਹੁੰਦੀ ਹੈ, ਠੀਕ ਹੈ। ਸਟੀਮ ਨਾਲ ਆਪਾਂ ਜ਼ਿਆਦਾ ਜਲ ਸਕਦੇ ਹਾਂ ਐਜ਼ ਕੰਪੇਅਰ ਟੂ ਬੋਇਲਡ ਵਾਟਰ। ਇਸ ਕਰਕੇ ਜੋ ਪਾਰਟੀਕਲਸ ਨੇ ਸਟੀਮ ਦੇ 100 ਡਿਗਰੀ ਸੈਲਸੀਅਸ ਤੇ ਉਹਨਾਂ ਦੀ ਜਿਹੜੀ ਕਾਈਨੇਟਿਕ એનર્ਜੀ ਹੈ ਉਹ ਜ਼ਿਆਦਾ ਹੋਏਗੀ ਬਿਕੋਜ਼ ਦੇ ਹੈਵ ਮੋਰ ਹੀਟ। ਉਹਨਾਂ ਨੇ ਕਿਹੜੀ ਹੀਟ ਲਈ ਹੁੰਦੀ ਹੈ, ਲੇਟੈਂਟ ਹੀਟ ਆਫ ਵੇਪਰਾਈਜੇਸ਼ਨ, ਠੀਕ ਹੈ ਜੀ। ਥਰਡ ਕੁਐਸਚਨ ਹੈ ਬੋਸ ਆਈਨਸਟਾਈਨ ਕੰਡੈਂਸੇਟ। ਬੋਸ ਆਈਨਸਟਾਈਨ ਕੰਡੈਂਸੇਟ ਆਪਾਂ ਦੇਖਿਆ ਹੈ ਕਿ ਆਪਣਾ 5th ਸਟੇਟ ਮੈਟਰ ਦੀ ਜੋ ਆਪਣੀ ਡਿਸਕਵਰ ਕੀਤੀ ਗਈ ਹੈ ਸਤਿੰਦਰਨਾਥ ਬੋਸ ਐਂਡ ਐਲਬਰਟ ਆਈਨਸਟਾਈਨ ਨੇ ਕੀਤੀ ਸੀ। ਇਹਦਾ ਆਪਾਂ ਦੱਸਣਾ ਹੈ ਕਿ ਇਹਦੀ ਕੀ ਕੰਡੀਸ਼ਨ ਹੈ। A very low kinetic energy, B low kinetic energy, C high kinetic energy and D highest kinetic energy। ਇਹਦਾ ਆਪਸ਼ਨ ਆਏਗਾ ਜੀ A very low kinetic energy ਬਿਕੋਜ਼ ਉੱਥੇ ਜਿਹੜੀ ਗੈਸਿਸ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲੋ ਟੈਂਪਰੇਚਰ, ਬਹੁਤ ਜ਼ਿਆਦਾ ਲੋ ਪ੍ਰੈਸ਼ਰ ਤੇ ਲੋ ਟੈਂਪਰੇਚਰ ਐਂਡ ਲੋ ਡੈਂਸਿਟੀ ਤੇ ਰੱਖਿਆ ਜਾਂਦਾ ਹੈ, ਠੀਕ ਹੈ। ਤੇ ਉਹ ਉਸ ਟਾਈਮ ਜੋ ਕੰਡੀਸ਼ਨ ਪੈਦਾ ਹੁੰਦੀ ਹੈ, ਮੈਟਰ ਪੈਦਾ ਹੁੰਦਾ ਉਹਨੂੰ ਕਹਿੰਦੇ ਬੋਸ ਆਈਨਸਟਾਈਨ ਕੰਡੈਂਸੇਟ ਐਂਡ ਇਹਦੀ ਕੀ ਕੰਡੀਸ਼ਨ ਹੈ ਕਿ ਹੁਣ ਦੇਖੋ ਜੇ ਟੈਂਪਰੇਚਰ ਲੋ ਹੋਏਗਾ ਤਾਂ ਕਾਈਨੇਟਿਕ એનર્ਜੀ ਆਲਰੇਡੀ ਆਪਣੇ ਆਪ ਹੀ ਲੋ ਹੋ ਜਾਏਗੀ। ਸੋ ਬੋਸ ਆਈਨਸਟਾਈਨ ਕੰਡੈਂਸੇਟ ਦੀਆਂ ਦੋ ਕੰਡੀਸ਼ਨ ਸੀਗੀਆਂ ਕਿ ਇੱਕ ਤਾਂ ਟੈਂਪਰੇਚਰ ਬਹੁਤ ਲੋ ਹੋਣਾ ਚਾਹੀਦਾ ਐਂਡ ਨੰਬਰ 2 ਡੈਂਸਿਟੀ ਬਹੁਤ ਲੋ ਹੋਣੀ ਚਾਹੀਦੀ ਹੈ। ਹੁਣ ਜੇ ਟੈਂਪਰੇਚਰ ਘਟੇਗਾ ਤਾਂ ਕਾਈਨੇਟਿਕ એનર્ਜੀ ਆਟੋਮੈਟਿਕਲੀ ਘਟ ਜਾਏਗੀ। ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟ। ਇਨਕਰੈਕਟ ਦੱਸਣਾ ਆਪਾਂ ਕਿ ਕਿਹੜੀ
ऑप्शन है जो अपनी गलत है, अबाउट प्लाज्मा। ठीक है, प्लाज्मा अपनी फोर्थ स्टेट ऑफ मैटर है। A option is fluorescent tube and neon sign bulbs consist of plasma. B. The gas gets ionized when electrical energy flows through it. C. It consists of super energetic and super excited particles. D. The plasma glows with color which does not depend upon nature of gas। ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ A। ਬਿਕਾਜ਼ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਲਾਜ਼ਮਾ ਹੈ ਉਹ ਕੀ ਹੁੰਦਾ ਹੈ, ਉਹ ਵਾਲੀ ਸਟੇਟ ਕਦੋਂ ਆਉਂਦੀ ਹੈ ਆਪਣੇ ਕੋਲ, ਪਲਾਜ਼ਮਾ ਜਿਹੜਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਸੁਪਰ ਐਕਸਾਈਟਿਡ ਤੇ ਸੁਪਰ ਐਨਰਜੈਟਿਕ ਪਾਰਟੀਕਲਸ ਹੁੰਦੇ ਨੇ। ਤੇ ਆਮ ਸੌਰੀ, ਇਹਦਾ ਜੋ ਆਨਸਰ ਆਏਗਾ ਉਹ ਹੈ ਆਪਸ਼ਨ ਡੀ। ਹੁਣ ਦੇਖੋ ਜੋ ਪਲਾਜ਼ਮਾ ਹੁੰਦਾ ਹੈ ਨਾ, ਉਹਦਾ ਕੀ ਆਪਣੇ ਕੋਲ ਹੁੰਦਾ ਹੈ ਕਿ ਪਲਾਜ਼ਮਾ ਦੇ ਵਿੱਚ ਇੱਕ ਫੋਰਥ ਸਟੇਟ ਆਫ ਮੈਟਰ ਹੈ ਜਿਹਦੇ ਵਿੱਚ ਕਿ ਸੁਪਰ ਐਨਰਜੈਟਿਕ ਐਂਡ ਸੁਪਰ ਐਕਸਾਈਟਿਡ ਆਪਣੇ ਕੋਲ ਜਿਹੜੇ ਪਾਰਟੀਕਲਸ ਨੇ ਨਾ ਉਹ ਪ੍ਰੈਜ਼ੈਂਟ ਹੁੰਦੇ ਨੇ। ਤੇ ਇਹਦੇ ਆਪਣੇ ਕੋਲ ਇੱਕ ਐਗਜ਼ਾਮਪਲ ਹੈ, ਉਹ ਹੈ ਫਲੋਰੋਸੈਂਟ ਟਿਊਬ, ਜਿਹਦੇ ਵਿੱਚ ਕਿਹੜੀ ਗੈਸ ਹੁੰਦੀ ਹੈ, ਹੀਲੀਅਮ ਜਾਂ ਕੋਈ ਵੀ ਆਪਣੀ ਇਨਰਟ ਗੈਸ। ਠੀਕ ਹੈ, ਜਾਂ ਫਿਰ ਨਿਓਨ ਸਾਈਨ ਬਲਬਸ, ਇਹ ਇਹਦੀ ਐਗਜ਼ਾਮਪਲ ਨੇ। ਇਹਨਾਂ ਦੇ ਵਿੱਚ ਹੈ ਜਿਹੜਾ ਆਪਣਾ ਪਲਾਜ਼ਮਾ ਇਹ ਪ੍ਰੈਜ਼ੈਂਟ ਹੁੰਦਾ ਹੈ। ਉਸ ਤੋਂ ਬਾਅਦ ਆਪਣਾ ਸਨ ਆ ਗਿਆ, ਸਟਾਰਸ ਆ ਗਏ ਹੈ ਨਾ, ਉਹਨਾਂ ਦੇ ਵਿੱਚ ਵੀ ਪਲਾਜ਼ਮਾ ਜਿਹੜਾ ਉਹ ਪ੍ਰੈਜ਼ੈਂਟ ਹੁੰਦਾ ਹੈ। ਹੁਣ ਜਿਹੜੀ ਗੈਸ ਹੈ ਉਹ ਆਇਨਾਈਜ਼ ਹੋ ਜਾਂਦੀ ਹੈ, ਮੀਨਸ ਠੀਕ ਉਹਦੇ ਜਿਹੜੇ ਆਇਨਸ ਬਣ ਜਾਂਦੇ ਨੇ, ਕਦੋਂ ਬਣਦੇ ਨੇ, ਜਦੋਂ ਇਲੈਕਟ੍ਰੀਕਲ ਐਨਰਜੀ ਉਹਦੇ ਵਿੱਚ ਦੀ ਪਾਸ ਕਰਦੀ ਹੈ। ਇਹ ਆਪਾਂ ਦੇਖ ਲਿਆ। ਹੁਣ ਫੋਰਥ ਆਪਸ਼ਨ ਇਸ ਕਰਕੇ ਪਲਾਜ਼ਮਾ ਦੇ ਬਾਰੇ ਠੀਕ ਨਹੀਂ ਹੈ, ਬਿਕਾਜ਼ ਪਲਾਜ਼ਮਾ ਗਲੋਜ਼ ਵਿਦ ਕਲਰ, ਡਿਫਰੈਂਟ ਕਲਰਸ ਆਪਾਂ ਨੂੰ ਪਲਾਜ਼ਮਾ ਦਿੰਦਾ, ਬਟ ਉਹ ਕਲਰਸ ਨੇ ਜਿਹੜੇ ਉਹ ਡਿਪੈਂਡ ਕਰਦਾ ਕਿ ਜਿਹੜੀ ਗੈਸ ਹੈ ਉਹਦਾ ਨੇਚਰ ਕਿਵੇਂ ਦਾ। ਠੀਕ ਹੈ, ਨਿਓਨ ਗੈਸ ਦੇ ਨਾਲ ਅਲੱਗ ਕਲਰ ਆਪਣੇ ਕੋਲ ਆਉਂਦਾ ਹੈ, ਫਲੋਰੋਸੈਂਟ ਟਿਊਬ ਦੇ ਨਾਲ ਆਪਣੇ ਕੋਲ ਜਿਹੜਾ ਕਲਰ ਹੈ ਉਹ ਅਲੱਗ ਆਉਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਜੀ ਆਪਣੇ ਕੋਲ ਕੁਐਸਚਨ, ਅੰਡਰ ਵਿਚ ਆਫ ਦ ਫੋਲੋਇੰਗ ਕੰਡੀਸ਼ਨਸ ਵੀ ਕੈਨ ਬੋਇਲ ਵਾਟਰ ਐਟ ਰੂਮ ਟੈਂਪਰੇਚਰ। ਜਦੋਂ ਆਪਾਂ ਰੂਮ ਟੈਂਪਰੇਚਰ ਤੇ ਪਾਣੀ ਨੂੰ ਬੋਇਲ ਕਰਦੇ ਹਾਂ ਤਾਂ ਪ੍ਰੈਸ਼ਰ ਦੀਆਂ ਕੀ ਕੰਡੀਸ਼ਨਸ ਹੁੰਦੀਆਂ ਨੇ। A ਐਟ ਲੋ ਪ੍ਰੈਸ਼ਰ, B ਐਟ ਹਾਈ ਪ੍ਰੈਸ਼ਰ, ਠੀਕ ਹੈ ਜੀ, C ਐਟ ਵੈਰੀ ਹਾਈ ਪ੍ਰੈਸ਼ਰ ਐਂਡ D ਇਜ਼ ਐਟ ਐਟਮੋਸਫੇਰਿਕ ਪ੍ਰੈਸ਼ਰ। ਤਾਂ ਆਪਣਾ ਜੋ ਆਨਸਰ ਹੈ ਉਹ ਹੈ D। ਆਪਾਂ ਜੋ ਵੀ ਪਾਣੀ ਨੂੰ ਬੋਇਲ ਕਰਦੇ ਹਾਂ ਜਾਂ ਆਈਸ ਵਗੈਰਾ ਆਪਾਂ ਜਪਾਉਂਦੇ ਹਾਂ ਜਾਂ ਇਵੈਪੋਰੇਸ਼ਨ ਹੁੰਦੀ ਹੈ, ਉਹ ਸਾਰੀਆਂ ਕੰਡੀਸ਼ਨਸ ਜੋ ਹੁੰਦੀਆਂ ਨੇ ਉਸ ਟਾਈਮ ਜੋ ਆਪਣਾ ਐਟਮੋਸਫੀਅਰ ਦਾ ਪ੍ਰੈਸ਼ਰ ਚੱਲ ਰਿਹਾ ਉਹਦੇ ਤੇ ਹੁੰਦੀਆਂ ਨੇ। ਕੁਐਸਚਨ ਨੰਬਰ 6 ਇਜ਼ ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਂਡੋਥਰਮਿਕ ਪ੍ਰੋਸੈਸ। ਹੁਣ ਐਂਡੋਥਰਮਿਕ ਪ੍ਰੋਸੈਸ ਕੀ ਹੁੰਦਾ, ਉਹ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਕਿ ਕੋਈ ਵੀ ਰਿਐਕਸ਼ਨ ਹੋ ਰਹੀ ਹੈ, ਜਿਹੜੀ ਹੀਟ ਹੈ ਉਹਨੂੰ ਐਬਜ਼ੌਰਬ ਕੀਤਾ ਜਾ ਰਿਹਾ, ਹੀਟ ਹੈ ਜਿਹੜੀ ਉਹ ਲਈ ਜਾ ਰਹੀ ਹੈ। ਐਕਸੋਥਰਮਿਕ ਕੀ ਹੋਏਗਾ, ਜਿਹਦੇ ਵਿੱਚ ਜਿਹੜਾ ਪ੍ਰੋਸੈਸ ਹੈ ਹੀਟ ਛੱਡ ਰਿਹਾ। ਠੀਕ ਹੈ, ਐਂਡੋਥਰਮਿਕ ਹੁਣ ਦੇਖੋ ਫਸਟ ਆਪਸ਼ਨ ਆਪਣੇ ਕੋਲ ਫਿਊਜ਼ਨ। ਫਿਊਜ਼ਨ ਕੀ ਹੁੰਦਾ ਕਿ ਜਦੋਂ ਆਪਾਂ ਆਪਣਾ ਜਿਹੜਾ ਮੈਟਰ ਹੈ ਉਹ ਕਿੱਥੋਂ ਜਾ ਰਿਹਾ ਹੈ, ਸੋਲਿਡ ਤੋਂ ਲਿਕੁਇਡ ਸਟੇਟ 'ਚ ਜਾ ਰਿਹਾ ਹੈ, ਤਾਂ ਉਹ ਸਰਾਊਂਡਿੰਗਸ ਦੇ ਵਿੱਚੋਂ ਬਹੁਤ ਸਾਰੀ ਜਿਹੜੀ ਹੀਟ ਹੈ ਆਮ ਸੌਰੀ, ਤਾਂ ਜਿਹੜਾ ਬਰਨਰ ਹੈ ਉਹ ਬਹੁਤ ਸਾਰੀ ਜਿਹੜੀ ਹੀਟ ਹੈ ਉਹ ਲੈਂਦਾ ਹੈ। ਠੀਕ ਹੈ, ਤਾਂ ਹੀ ਉਹ ਮੈਲਟ ਹੋ ਰਹੀ ਹੈ ਆਈਸ ਆਪਣੀ, ਤਾਂ ਉਹ ਹੋ ਗਿਆ ਆਪਣਾ ਫਿਊਜ਼ਨ। ਠੀਕ ਹੈ, ਹੀਟ ਹੈ ਜਿਹੜੀ ਉਹ ਲਈ ਜਾ ਰਹੀ ਹੈ। ਨੈਕਸਟ ਆ ਗਿਆ ਵੇਪਰਾਈਜੇਸ਼ਨ। ਵੇਪਰਾਈਜੇਸ਼ਨ ਕੀ ਹੁੰਦਾ ਕਿ ਆਪਣਾ ਪਾਣੀ ਤੋਂ ਭਾਫ ਬਣਨਾ, ਉਸ ਟਾਈਮ ਵੀ ਕਿਹੜੀ ਹੀਟ ਲਈ ਜਾਂਦੀ ਹੈ, ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਠੀਕ ਹੈ, ਤੇ ਇਹ ਹੋ ਗਿਆ ਆਪਣਾ ਵੇਪਰਾਈਜੇਸ਼ਨ, ਇਹ ਵੀ ਐਂਡੋਥਰਮਿਕ ਹੋ ਗਿਆ। ਨੈਕਸਟ ਇਜ਼ ਟੈਂਪਰੇਚਰ। ਉਸ ਤੋਂ ਬਾਅਦ ਆ ਗਿਆ ਆਪਣਾ ਇਵੈਪੋਰੇਸ਼ਨ। ਹੁਣ ਜਦੋਂ ਵੀ ਇਵੈਪੋਰੇਸ਼ਨ ਹੁੰਦੀ ਹੈ ਤਾਂ ਕੀ ਹੁੰਦਾ, ਸਰਾਊਂਡਿੰਗਸ ਤੋਂ ਹੀਟ ਹੈ ਜਿਹੜੀ ਉਹ ਲਈ ਜਾਂਦੀ ਹੈ, ਤਾਂ ਇਹ ਵੀ ਆਪਣਾ ਐਂਡੋਥਰਮਿਕ ਪ੍ਰੋਸੈਸ ਆ ਗਿਆ। ਤਾਂ ਆਪਣੀ ਆਪਸ਼ਨ ਕੀ ਆ ਗਈ, ਆਪਸ਼ਨ ਸੀ ਟੈਂਪਰੇਚਰ। ਟੈਂਪਰੇਚਰ ਕੋਈ ਪ੍ਰੋਸੈਸ ਨਹੀਂ ਹੈਗਾ, ਠੀਕ ਹੈ, ਨਾ ਐਂਡੋਥਰਮਿਕ ਨਾ ਐਕਸੋਥਰਮਿਕ। ਕੁਐਸਚਨ ਨੰਬਰ 7 ਕਹਿੰਦਾ ਵਿਚ ਆਫ ਦ ਫੋਲੋਇੰਗ ਡਜ਼ ਨਾਟ ਅਫੈਕਟ ਦ ਰੇਟ ਆਫ ਇਵੈਪੋਰੇਸ਼ਨ। ਇਹ ਜਦੋਂ ਵੀ ਆਪਣਾ ਇਵੈਪੋਰੇਸ਼ਨ ਹੁੰਦਾ ਹੈ, ਵਾਸ਼ਪੀਕਰਨ ਹੁੰਦਾ ਹੈ, ਉਸ ਟਾਈਮ ਕਿਹੜੀ ਚੀਜ਼ ਦਾ ਇਫੈਕਟ ਉਹਦੇ ਉੱਤੇ ਨਹੀਂ ਪੈਂਦਾ। ਨੰਬਰ 1 ਇਜ਼ ਵਿੰਡ ਸਪੀਡ। ਵਿੰਡ ਸਪੀਡ ਦਾ ਇਫੈਕਟ ਪੈਂਦਾ ਜੀ ਜਦੋਂ ਜਿਹੜੇ ਆਪਣੇ ਮੰਨ ਲਓ ਆਪਾਂ ਕਿਤੇ ਕੱਪੜੇ ਸੁੱਕਣੇ ਪਾਏ ਨੇ, ਉਹਦੇ ਸਰਾਊਂਡਿੰਗ ਜਿਹੜੀ ਏਅਰ ਹੈ ਉਹਦੇ ਵਿੱਚ ਜਿਹੜੇ ਪਹਿਲਾਂ ਤੋਂ ਵਾਟਰ ਮੋਲੀਕਿਊਲਸ ਨੇ, ਵਾਟਰ ਵੇਪਰਸ ਨੇ, ਵਿੰਡ ਉਹਨਾਂ ਨੂੰ ਉਡਾ ਕੇ ਲੈ ਜਾਏਗੀ, ਤਾਂ ਜਿਹੜਾ ਇਵੈਪੋਰੇਸ਼ਨ ਹੈ ਉਹ ਕਰਨਾ ਉੱਥੋਂ ਦੀ ਲੋਕਲ ਹਵਾ ਦੇ ਲਈ ਈਜ਼ੀ ਹੋ ਜਾਏਗਾ। ਨੈਕਸਟ ਇਜ਼ ਸਰਫੇਸ ਏਰੀਆ। ਹਾਂਜੀ, ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਊਗਾ ਉਨੀ ਜਲਦੀ ਜੋ ਇਵੈਪੋਰੇਸ਼ਨ ਹੈ ਉਹ ਹੋਏਗੀ। ਥਰਡ ਇਜ਼ ਟੈਂਪਰੇਚਰ। ਬਿਲਕੁਲ ਜਿੰਨਾ ਵੀ ਟੈਂਪਰੇਚਰ ਜ਼ਿਆਦਾ ਹੋਏਗਾ ਤਾਂ ਇਵੈਪੋਰੇਸ਼ਨ ਜਲਦੀ ਹੋਏਗੀ, ਸਰਦੀਆਂ 'ਚ ਕੱਪੜੇ ਘੱਟ ਸੁੱਕਦੇ ਨੇ। ਠੀਕ ਹੈ, ਲਾਸਟ ਇਜ਼ ਇਨਸੋਲਿਊਬਲ ਹੈਵੀ ਇੰਪਿਓਰਿਟੀਜ਼। ਇੰਪਿਓਰਿਟੀਜ਼ ਦਾ ਇਵੈਪੋਰੇਸ਼ਨ ਤੇ ਕੋਈ ਫਰਕ ਨਹੀਂ ਹੈਗਾ, ਭਾਵੇਂ ਤੁਹਾਡਾ ਪਾਣੀ ਗੰਦਾ ਹੈ, ਭਾਵੇਂ ਤੁਹਾਡੇ ਕੱਪੜੇ ਗੰਦੇ ਨੇ, ਬਟ ਜੇ ਉਹ ਵੈਟ ਹੈ ਉਹ ਚੀਜ਼, ਠੀਕ ਹੈ, ਤਾਂ ਉਹਨੇ ਇਵੈਪੋਰੇਟ ਹੋਣਾ ਹੀ ਹੋਣਾ। ਸੋ ਆਪਸ਼ਨ ਇਜ਼ ਡੀ। Question number 8 is kinetic energy of molecules is directly proportional to। molecules की kinetic energy किस चीज़ से डिपेंड करती है।
ਇਟ ਡਿਪੈਂਡਸ ਔਨ ਟੈਂਪਰੇਚਰ। ਆਪਾਂ ਦੇਖਿਆ ਕਿ ਜਦੋਂ ਵੀ ਟੈਂਪਰੇਚਰ ਇਨਕਰੀਜ਼ ਹੁੰਦਾ ਤਾਂ ਜਿਹੜੇ ਮੋਲੀਕਿਊਲਸ ਨੇ ਉਹ ਜ਼ਿਆਦਾ ਵਾਈਬ੍ਰੇਟ ਕਰਨ ਲੱਗ ਜਾਂਦੇ ਨੇ, ਬਿਕੋਜ਼ ਉਹਨਾਂ ਦੀ ਜਿਹੜੀ ਕਾਈਨੇਟਿਕ એનર્ਜੀ ਆ ਉਹ ਵੱਧ ਜਾਂਦੀ ਹੈ। Number 9 is particles are moving in the bottom of glass due to options are dilution, B dissolution, C kinetic energy, D potential energy। देखो जी कोई भी चीज़ ਜਦੋਂ मूव कर रही है ना, जे मूव कर रही है तो मीनस ਉਹਦੇ ਵਿੱਚ ਕੀ ਹੈ kinetic energy है। So our answer will be option C kinetic energy। Question number 10, intermixing of particles of two different types of matter on their own। ਜੇ ਦੋ particles ਆਪਣੇ ਆਪ ਮਿਲ ਰਹੇ ਨੇ, ਦੋ ਮੈਟਰ ਦੇ ਮੰਨ ਲਓ ਸੋਲਿਡ ਜਾਂ ਲਿਕੁਇਡ ਦੇ, ਜਾਂ ਲਿਕੁਇਡ ਜਾਂ ਗੈਸ ਆਪਸ ਚ ਮਿਲ ਰਹੇ ਨੇ, ਤਾਂ ਆਪਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ, ਆਪਾਂ ਉਸ ਪ੍ਰੋਸੈਸ ਨੂੰ ਕਹਿੰਦੇ ਆ ਜੀ ਡਿਫਿਊਜ਼ਨ। ਆਪਾਂ ਪੜ੍ਹਿਆ ਸੀ ਕੱਲ। Question number 11 is the amount of heat, कितनी heat energy required है, the amount of heat energy required to change 1 kg of solid, 1 किलो solid ਨੂੰ into liquid, 1 ਕਿਲੋ solid ਨੂੰ liquid ਵਿੱਚ change ਕਰਨ ਦੇ ਲਈ ਜਦੋਂ ਕਿ ਆਪਣਾ ਪ੍ਰੈਸ਼ਰ ਹੈ ਜਿਹੜਾ ਉਹ ਨਾਰਮਲ ਐਟਮੋਸਫੇਰਿਕ ਪ੍ਰੈਸ਼ਰ ਹੈ, at its melting point is known as। ਉਸ ਟਾਈਮ ਆਪਾਂ ਨੂੰ ਕਿਹੜੀ ਹੀਟ એનર્ਜੀ ਚਾਹੀਦੀ ਹੁੰਦੀ ਹੈ ਜੇ ਆਪਾਂ solid ਨੂੰ liquid ਦੇ ਵਿੱਚ change ਕਰਨਾ ਹੈ? A fission of heat, B fusion of heat, C latent heat of fusion and D latent heat of fusion। ਸਭ ਦਾ ਆਪਣਾ ਆਨਸਰ ਹੈ ਜੀ C latent heat of fusion। Next है question number 12, water at 0 डिग्री सेल्सियस showing temperature at dash Kelvin। मतलब कि 0 डिग्री सेल्सियस टू कैलविन कन्वर्जन आ गई है सिंपल ਆਪਾਂ ਨੂੰ। ਜਦੋਂ ਵੀ 0 डिग्री ਜਿਹੜਾ ਸੈਲਸੀਅਸ ਹੁੰਦਾ ਉਹ ਹਮੇਸ਼ਾ 273 डिग्री कैलविन ਦੇ ਇਕੁਅਲ ਹੁੰਦਾ। ठीक है जी। Question number 13 is a change of state directly from solid to gas। ਜਦੋਂ ਵੀ solid to gas directly ਹੋ ਰਿਹਾ ਹੋਵੇ without changing into liquid state is called, ਇਸ process ਨੂੰ ਆਪਾਂ ਕੀ ਕਹਿੰਦੇ ਆ, ਇਸ process ਨੂੰ ਆਪਾਂ ਕਹਿੰਦੇ ਆ ਜੀ sublimation। Question number 14 is unit of pressure is, pressure ਦੀ unit ਕੀ ਹੈ? A joule, B Kelvin, C kg, D PA means Pascal। The pressure the unit as the unit is Pascal। Question number 15 is phenomena of changing liquid into vapors। ਜਦੋਂ ਵੀ ਆਪਣੇ liquid vapors ਚ change ਕਰਦੇ ਨੇ at any temperature below its boiling point। ਜਦੋਂ ਵੀ below its boiling point ਹੋਵੇ ਤਾਂ ਆਪਾਂ ਨੂੰ ਸਮਝ ਜਾਣਾ ਚਾਹੀਦਾ ਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ? Deposition, D sublimation, C evaporation, D condensation। ਆਪਣਾ ਆਪਸ਼ਨ ਹੈਗਾ evaporation, ਬਿਕਾਜ਼ ਜਿਹੜੀ evaporation ਹੈ ਉਹ ਕਦੋਂ ਹੁੰਦੀ ਹੈ? ਜਦੋਂ ਕਿ ਜਿਹੜਾ ਵਾਟਰ ਹੈ ਉਹ ਬਾਇਲਿੰਗ ਪੁਆਇੰਟ ਤੋਂ ਪਹਿਲਾਂ ਹੀ ਵੇਪਰਸ ਦੇ ਵਿੱਚ ਕਨਵਰਟ ਹੋ ਜਾਏ। Question number 16 is when common salt is added to water। ਜਦੋਂ ਆਪਾਂ ਪਾਣੀ ਦੇ ਵਿੱਚ ਨਮਕ ਪਾ ਦਿੰਦੇ ਆ, its boiling point increases by 20 degree Celsius। ਠੀਕ ਹੈ, ਤਾਂ ਉਹਦਾ ਜਿਹੜਾ ਬਾਇਲਿੰਗ ਪੁਆਇੰਟ ਹੈ ਉਹ 20 ਡਿਗਰੀ ਸੈਲਸੀਅਸ ਦੇ ਨਾਲ ਵੱਧ ਜਾਂਦਾ ਹੈ। What would be the boiling point of that salt water in Kelvin scale। ਹੁਣ ਜਿਹੜਾ ਉਹ salt water ਦਾ Kelvin scale ਦੇ ਵਿੱਚ ਕਿੰਨਾ ਹੋਊਗਾ? ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ 0 ਡਿਗਰੀ ਉਹ ਕਿਹਦੇ ਇਕੁਅਲ ਹੁੰਦਾ ਹੈ? 273 ਦੇ ਇਕੁਅਲ ਹੁੰਦਾ ਹੈ। ਤਾਂ ਹੁਣ 0 ਚ 20 ਐਡ ਕੀਤੇ ਤਾਂ 20 ਡਿਗਰੀ ਸੈਲਸੀਅਸ ਹੋ ਗਿਆ। ਤਾਂ ਹੁਣ ਜਦੋਂ ਹੁਣ ਆਪਾਂ ਉਹਦੇ ਚ ਕੀ ਐਡ ਕਰ ਰਹੇ ਹਾਂ? 20 ਡਿਗਰੀ ਹੋਰ। ਠੀਕ ਹੈ, ਹੁਣ ਬਾਇਲਿੰਗ ਪੁਆਇੰਟ ਹੈ ਜਿਹੜਾ, ਨਾਟ ਫਰੀਜ਼ਿੰਗ, ਬਾਇਲਿੰਗ ਪੁਆਇੰਟ ਕਿੰਨਾ ਹੁੰਦਾ? 100 ਡਿਗਰੀ। ਠੀਕ ਹੈ, ਬਾਇਲਿੰਗ ਪੁਆਇੰਟ ਦੀ ਜੇ ਆਪਾਂ ਗੱਲ ਕਰੀਏ, ਬਾਇਲਿੰਗ ਪੁਆਇੰਟ ਆਪਣੇ ਕੋਲ ਹੁੰਦਾ 100 ਡਿਗਰੀ। ਤਾਂ ਉਹ ਕਹਿੰਦੇ ਨੇ ਕਿ ਜਿਹੜਾ 100 ਡਿਗਰੀ ਹੈ ਉਹ ਵੱਧ ਕੇ 120 ਹੋ ਜਾਂਦਾ ਹੈ। ਤਾਂ ਤੁਸੀਂ ਹੁਣ ਸਾਲਟ ਵਾਟਰ ਦਾ ਬਾਇਲਿੰਗ ਪੁਆਇੰਟ ਦੱਸੋ। ਹੁਣ 120 ਦੇ ਵਿੱਚ ਆਪਾਂ ਕਿੰਨੇ ਜੋੜ ਦਾਂਗੇ? 273। ਠੀਕ ਹੈ, 273 ਤਾਂ ਆਪਣੇ ਕੋਲ ਕਿੰਨਾ ਆ ਜਾਏਗਾ? 393 ਕੈਲਵਿਨ। Question number 17 ਕਹਿ ਰਿਹਾ the factor responsible for converting one state of matter into another। ਜਿਹੜਾ ਫੈਕਟਰ ਰਿਸਪੌਂਸਿਬਲ ਹੈ ਕਿ ਇੱਕ ਸਟੇਟ ਤੋਂ ਆਪਾਂ ਦੂਜੀ ਸਟੇਟ ਦੇ ਵਿੱਚ ਜਿਹੜਾ ਮੈਟਰ ਹੈ ਉਹ ਕਨਵਰਟ ਹੋ ਰਿਹਾ ਹੈ। A change in temperature, B change in pressure, C both A and B and D change in humidity। ਹੁਣ ਜੇ ਆਪਾਂ ਸਹਿਜ ਸੁਭਾਅ ਆਰਾਮ ਨਾਲ ਇਹਦਾ ਆਨਸਰ ਲਗਾਈਏ ਤਾਂ ਆਪਾਂ ਸਾਰੇ ਜਣੇ A ਲਗਾ ਦਾਂਗੇ ਕਿ ਜੀ ਟੈਂਪਰੇਚਰ, ਬਟ ਨਹੀਂ, ਆਪਾਂ ਦੇਖਿਆ ਕਿ ਆਪਾਂ ਗੈਸਿਸ ਨੂੰ ਲਿਕੁਈਫਾਈ ਕਰ ਸਕਦੇ ਹਾਂ। ਠੀਕ ਹੈ, ਲਿਕੁਈਫਾਈ ਕਰ ਸਕਦੇ ਹਾਂ ਤਾਂ ਉਦੋਂ ਕੰਡੀਸ਼ਨ ਕੀ ਹੁੰਦੀ ਹੈ? ਪ੍ਰੈਸ਼ਰ ਦੀ ਤੇ ਟੈਂਪਰੇਚਰ ਦੀ। ਸੋ ਜਿਹੜਾ ਆਪਣੇ ਦਾ ਆਨਸਰ ਆਏਗਾ ਉਹ ਆਏਗਾ ਬੋਥ A ਐਂਡ B, ਕਿਉਂਕਿ ਜੇ ਆਪਾਂ ਇੱਕ ਗੈਸ ਨੂੰ ਟੈਂਪਰੇਚਰ ਵੀ ਲੋ ਕਰ ਦਈਏ ਬਟ ਪ੍ਰੈਸ਼ਰ ਇਨਕਰੀਜ਼ ਕਰ ਦਈਏ ਤਾਂ ਉਹ ਲਿਕੁਈਫਾਈ ਹੋ ਜਾਂਦੀ ਹੈ। ਐਂਡ ਇਹਦੀ ਐਗਜ਼ਾਮਪਲ ਆਪਣੇ ਕੋਲ ਕਾਰਬਨ ਡਾਈਆਕਸਾਈਡ ਗੈਸ ਹੈ।
ठीक है, तो ऑप्शंस आएंगे ए एंड बी। नेक्स्ट क्वेश्चन नंबर 18। 18 कह रहा है कि व्हेन हीट इज ਕਨਸਟੈਂਟਲੀ ਸਪਲਾਈਡ ਬਾय ਅ ਬਰਨਰ ਟੂ ਬਾਇਲਿੰਗ ਵਾਟਰ, ਉਬਲਦੇ ਹੋਏ ਪਾਣੀ ਨੂੰ ਜਦੋਂ ਆਪਾਂ ਕਨਸਟੈਂਟਲੀ ਜਿਹੜੀ ਹੀਟ ਹੈ ਉਹ ਫਿਰ ਵੀ ਦਈ ਜਾ ਰਹੇ ਹਾਂ, ਦ ਟੈਂਪਰੇਚਰ ਆਫ ਦ ਵਾਟਰ ਡਿਊਰਿੰਗ ਵੇਪਰਾਈਜੇਸ਼ਨ, ਜਿਹੜਾ ਪਾਣੀ ਦਾ ਟੈਂਪਰੇਚਰ ਹੈ ਉਹ ਕੀ ਹੋਏਗਾ? ਏ ਰਾਈਜ਼ਿਸ ਵੈਰੀ ਸਲੋਲੀ, ਬੀ ਰਾਈਜ਼ਿਸ ਰੈਪਿਡਲੀ ਅੰਟਿਲ ਸਟੀਮ ਇਜ਼ ਪ੍ਰੋਡਿਊਸਡ, ਸੀ ਫਸਟ ਰਾਈਜ਼ਿਸ ਐਂਡ ਦੈਨ ਬਿਕਮ ਕਨਸਟੈਂਟ, ਡੀ ਡਜ਼ ਨਾਟ ਰਾਈਜ਼ ਐਟ ਆਲ। ਇਹ ਕਹਿ ਰਿਹਾ ਹੁਣ ਦੇਖੋ, ਜਦੋਂ ਵੀ ਪਾਣੀ ਤੋਂ ਭਾਫ ਬਣਦੀ ਹੈ, ਬਾਇਲਿੰਗ ਪੁਆਇੰਟ ਆ ਗਿਆ, ਠੀਕ ਹੈ, ਇਸ ਦਾ ਮਤਲਬ ਇਹ ਤਾਂ ਨਹੀਂ ਨਾ ਕਿ ਇੱਕ ਵਾਰ ਬਾਇਲਿੰਗ ਪੁਆਇੰਟ 100 ਡਿਗਰੀ ਆ ਗਿਆ ਤਾਂ ਉਸ ਤੋਂ ਬਾਅਦ ਡਾਇਰੈਕਟ 110 120 ਹੋ ਜਾਏਗਾ। ਜਿੰਨਾ ਚਿਰ ਲਾਸਟ ਡ੍ਰੌਪ ਆਫ ਵਾਟਰ ਵੀ ਵੇਪਰ ਨਹੀਂ ਬਣਦੀ, ਉਹਨਾਂ ਚਿਰ ਜੋ ਟੈਂਪਰੇਚਰ ਹੈ ਉਹ ਆਪਣਾ ਕਾਂਸਟੈਂਟ ਹੀ ਰਹੇਗਾ। ਠੀਕ ਹੈ, ਮੀਨਸ ਕਿ ਜੋ ਆਪਣਾ ਟੈਂਪਰੇਚਰ ਹੈ ਉਹ ਰਾਈਜ਼ ਨਹੀਂ ਕਰੇਗਾ, ਉਹ ਆਪਣਾ ਬਾਇਲਿੰਗ ਪੁਆਇੰਟ ਤੇ ਹੀ ਰਹੇਗਾ, 100 डिग्री सेल्सियस ਤੇ ਹੀ ਰਹੇਗਾ। ਸੋ ਆਰ ਆਪਸ਼ਨ ਵਿਲ ਬੀ ਡੀ, does not rise at all। next is question number 19। in summer water is kept in an earthen pot, ਮਿੱਟੀ ਦੇ ਘੜੇ ਦੇ ਵਿੱਚ ਪਾਣੀ ਕਿਉਂ ਰੱਖਿਆ ਜਾਂਦਾ ਹੈ ਸਮਰਸ ਦੇ ਵਿੱਚ? ਬਿਕੋਜ਼ ਪ੍ਰੋਸੈਸ ਦੀ ਆਪਣੇ ਕੋਲ ਆਪਸ਼ਨਸ ਨੇ, ਏ ਡਿਫਿਊਜ਼ਨ, ਬੀ ਇਵੈਪੋਰੇਸ਼ਨ, ਸੀ ਟਰਾਂਸਪੀਰੇਸ਼ਨ, ਡੀ ਆਸਮੋਸਿਸ। ਤਾਂ ਆਪਣਾ ਜੋ ਆਨਸਰ ਆਏਗਾ ਉਹ ਹੋਏਗਾ ਇਵੈਪੋਰੇਸ਼ਨ। ਜੋ ਘੜਾ ਹੁੰਦਾ ਹੈ ਉਹਦੇ ਵਿੱਚ ਛੋਟੇ ਛੋਟੇ ਪੋਰਸ ਹੁੰਦੇ ਨੇ, ਮਾਈਨਿਊਟ, ਜਿਹਨਾਂ ਨੂੰ ਆਪਾਂ ਨੇਕ ਆਈ ਨਾਲ ਨਹੀਂ ਦੇਖ ਸਕਦੇ। ਉਹ ਪੋਰਸ ਦੇ ਵਿੱਚੋਂ ਜਿਹੜਾ ਪਾਣੀ ਹੈ ਉਹ ਬਾਹਰ ਆਉਂਦਾ ਐਂਡ ਉਹ ਇਵੈਪੋਰੇਟ ਹੋ ਜਾਂਦਾ। ਜਦੋਂ ਇਵੈਪੋਰੇਟ ਹੁੰਦਾ ਤਾਂ ਉਹ ਕਿਹੜੀ ਹੀਟ ਲਏਗਾ? ਲੈਟੈਂਟ ਹੀਟ ਲਏਗਾ ਇਵੈਪੋਰੇਸ਼ਨ ਵਾਲੀ। ਜਦੋਂ ਹੀਟ ਸਰਾਊਂਡਿੰਗ ਤੋਂ ਲਏਗਾ ਤਾਂ ਆਲੇ ਦੁਆਲੇ ਕੀ ਪੈਦਾ ਹੋ ਜਾਏਗੀ? ਠੰਡਕ ਪੈਦਾ ਹੋ ਜਾਏਗੀ। ਇਸ ਨਾਲ ਜਿਹੜਾ ਘੜੇ ਦਾ ਪਾਣੀ ਆ ਉਹ ਠੰਡਾ ਹੋ ਜਾਂਦਾ। ਨੈਕਸਟ ਕੁਐਸਚਨ ਨੰਬਰ 20। ਡਰਾਈ ਆਈਸਿਸ, ਡਰਾਈ ਆਈਸ ਆਪਾਂ ਕਿਸ ਨੂੰ ਕਹਿੰਦੇ ਆ? ਆਪਸ਼ਨ ਏ ਵਾਟਰ ਇਨ ਸੋਲਿਡ ਸਟੇਟ, ਆਪਸ਼ਨ ਬੀ ਵਾਟਰ ਇਨ ਗੈਸੀਅਸ ਸਟੇਟ, ਆਪਸ਼ਨ ਸੀ CO2 in liquid state, and option D CO2 ਕਾਰਬਨ ਡਾਈਆਕਸਾਈਡ ਗੈਸ in solid state। ਆਪਾਂ ਪੜ੍ਹ ਚੁੱਕੇ ਹਾਂ, ਇਹਦੇ ਆਪਸ਼ਨ ਹੈਗੀ ਆਪਸ਼ਨ D CO2 in solid state। so this was all about the MCQs। ਤੇ ਪਲੀਜ਼ ਸਟੇ ਟਿਊਨ ਫॉर ਦੀ ਨੈਕਸਟ ਚੈਪਟਰ, ਜੋ ਕਿ ਆਪਾਂ ਜਲਦੀ ਹੀ ਚੈਨਲ ਤੇ ਪਾਵਾਂਗੇ। ਐਂਡ ਥੈਂਕ ਯੂ ਸੋ ਮਚ, ਗੁੱਡ ਲੱਕ ਫॉर योर ਪ੍ਰੈਪਰੇਸ਼ਨ।